ਰੈੱਡ ਐਫਐਮ ਅਤੇ ਦੇਸ਼ ਪ੍ਰਦੇਸ਼ ਟੀਵੀ ਵੱਲੋਂ ਪਿਛਲੇ 5 ਹਫ਼ਤਿਆਂ ਤੋਂ ਕੈਨੇਡਾ ਦੇ ਇਤਿਹਾਸ ਨੂੰ ਪੰਜਾਬੀ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਸਾਡਾ ਇਹ ਆਪਣਾ ਸਰੋਤਿਆਂ ਅਤੇ ਦਰਸ਼ਕਾਂ ਨਾਲ ਵਾਅਦਾ ਸੀ ਕਿ ਅਸੀਂ ਆਪਣੇ ਇਸ ਸ਼ਾਨਦਾਰ ਮੁਲਕ ਦੇ ਇਤਿਹਾਸ ਤੋਂ ਉਹਨਾਂ ਨੂੰ ਜਾਣੂ ਕਰਵਾਵਾਂਗੇ। ਨਾਲ ਹੀ ਕੈਨੇਡਾ ਦੀ ਸਿਟੀਜ਼ਨਸ਼ਿਪ ਹਾਸਲ ਕਰਨ ਵਾਸਤੇ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਵੀ ਤੁਹਾਨੂੰ ਇਸ ਸੈਗਮੈਂਟ ਰਾਹੀਂ ਮਿਲ ਸਕਦੇ ਨੇ। ਮੈਂ ਹਿਸਟੋਰੀਅਨ ਜਾਂ ਇਤਿਹਾਸਕਾਰ ਹੋਣ ਦਾ ਦਾਅਵਾ ਨਹੀਂ ਕਰਦਾ ਤੇ ਨਾ ਹਾਂ, ਪਰ ਇਹ ਕੋਸ਼ਿਸ਼ ਵੱਖ-ਵੱਖ ਸਰੋਤਾਂ ਤੋਂ ਹਾਸਲ ਕੀਤੀ ਗਈ ਜਾਣਕਾਰੀ ਤੇ ਆਧਾਰਿਤ ਹੈ। ਜੇਕਰ ਤੁਸੀਂ ਪਿਛਲੀਆਂ ਕਿਸ਼ਤਾਂ ਨਹੀਂ ਵੇਖੀਆਂ, ਤੁਸੀਂ ਰੈੱਡ ਐਫਐਮ ਦੇ YouTube ਚੈਨਲ ਤੇ ਜਾ ਕੇ ਉਹਨਾਂ ਨੂੰ ਵੇਖ ਸਕਦੇ ਹੋ। ਅੱਜ ਪੇਸ਼ ਹੈ ਇਸ ਸੀਰੀਜ਼ ਦੀ 6ਵੀਂ ਕਿਸ਼ਤ। ਕਈ ਦੇਸ਼ ਜਦੋਂ ਹੋਂਦ ਵਿੱਚ ਆਉਂਦੇ ਨੇ ਤਾਂ ਜੰਗਾਂ ਹੁੰਦੀਆਂ ਨੇ, ਅੰਦੋਲਨ ਹੁੰਦੇ ਨੇ, ਲੋਕ ਗ੍ਰਿਫਤਾਰ ਹੁੰਦੇ ਨੇ, ਗੱਲਬਾਤ ਦੇ ਸਿਲਸਿਲੇ ਚੱਲਦੇ ਨੇ ਤੇ ਫਿਰ ਜਾ ਕੇ ਦੇਸ਼ ਬਣਦੇ ਨੇ। ਪਰ ਕੈਨੇਡਾ ਵਾਸਤੇ ਅਜਿਹਾ ਕੁਝ ਨਹੀਂ ਹੋਇਆ। ਭਾਵੇਂ ਕਿ ਕੈਨੇਡਾ ਨੂੰ ਕਈ ਜੰਗਾਂ ਦਾ ਸਾਹਮਣਾ ਕਰਨਾ ਪਿਆ, ਪਰ ਇਹ ਜੰਗਾਂ ਇਸ ਦੀ ਹੋਂਦ ਨੂੰ ਲੈ ਕੇ ਨਹੀਂ ਹੋਈਆਂ ਸਨ। ਇਸ ਦੇ ਅੰਦਰੂਨੀ ਤੰਤਰ ਨੂੰ ਠੀਕ ਕਰਨ ਲਈ ਇਹਨਾਂ ਜੰਗਾਂ ਜਾਂ ਲੜਾਈਆਂ ਦੇ ਲੜੇ ਜਾਣ ਦੀ ਗੱਲ ਜ਼ਰੂਰ ਮੰਨੀ ਜਾਂਦੀ ਰਹੀ ਹੈ। ਕਲੋਨੀਅਲ ਪੀਰੀਅਡ ਜਾਂ ਬਰਤਾਨਵੀ ਸ਼ਾਸਨ ਦੇ ਅੰਤਰਗਤ ਸੀਮਿਤ ਵੋਟਿੰਗ ਰਾਈਟਸ ਉਪਲਬਧ ਸਨ, ਭਾਵ ਵੋਟ ਪਾਉਣ ਦਾ ਅਧਿਕਾਰ ਸੀਮਿਤ ਸੀ। ਪ੍ਰਾਪਰਟੀ ਮਾਲਕ ਮਰਦਾਂ ਨੂੰ ਹੀ ਵੋਟ ਪਾਉਣ ਦੇ ਅਧਿਕਾਰ ਦਿੱਤੇ ਗਏ ਸਨ। ਵੱਖ-ਵੱਖ ਸਮਿਆਂ ਦੌਰਾਨ ਤੇ ਵੱਖ-ਵੱਖ ਇਲਾਕਿਆਂ ਵਿੱਚ ਇਸ ਸੰਬੰਧੀ ਨਿਯਮ ਵੀ ਵੱਖ-ਵੱਖ ਹੀ ਰੱਖੇ ਗਏ ਸਨ। ਕੈਨੇਡਾ ਦੇ ਕਨਫੈਡਰੇਸ਼ਨ ਬਣਨ ਤੋਂ ਪਹਿਲਾਂ ਤੱਕ ਰਫ ਪ੍ਰਾਪਰਟੀ ਦਾ ਮਾਲਕ ਹੋਣਾ ਅਤੇ ਮਰਦ ਹੋਣਾ, ਇਹ ਦੋ ਹੀ ਯੋਗਤਾਵਾਂ ਸਨ ਜਿਨ੍ਹਾਂ ਦੇ ਆਧਾਰ ਉੱਤੇ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਂਦਾ ਸੀ। ਇਹ ਸ਼ਰਤ ਵੀ ਵੱਖ-ਵੱਖ ਇਲਾਕਿਆਂ ਵਿੱਚ ਵੱਖ-ਵੱਖ ਢੰਗ ਨਾਲ ਲਾਗੂ ਕੀਤੀ ਗਈ। ਨੋਵਾ ਸਕੋਸ਼ੀਆ ਵਿੱਚ 1851 ਤੋਂ 1863 ਤੱਕ ਵੋਟ ਪਾਉਣ ਦੇ ਅਧਿਕਾਰ ਲਈ ਪ੍ਰਾਪਰਟੀ ਦਾ ਮਾਲਕ ਹੋਣ ਦੀ ਸ਼ਰਤ ਨਹੀਂ ਸੀ। ਨਿਊ ਬ੍ਰੰਸਵਿਕ ਨੇ ਸਾਲ 1791 ਵਿੱਚ ਪ੍ਰਾਪਰਟੀ ਮਾਲਕਾਂ ਨੂੰ ਹੀ ਵੋਟ ਦਾ ਅਧਿਕਾਰ ਦਿੱਤਾ। ਇਸ ਤੋਂ ਪਹਿਲਾਂ ਇਹ ਸ਼ਰਤ ਮੌਜੂਦ ਨਹੀਂ ਸੀ। ਫਿਰ ਉਸਨੇ ਅਕੇਡੀਆ ਲੋਕਾਂ ਨੂੰ, ਭਾਵ ਕੈਥੋਲਿਕ ਧਰਮ ਨੂੰ ਮੰਨਣ ਵਾਲਿਆਂ ਉੱਤੇ ਵੋਟ ਪਾਉਣ ਦੀ ਪਾਬੰਦੀ ਲਗਾ ਦਿੱਤੀ। ਪ੍ਰਿੰਸ ਐਡਵਰਡ ਆਈਲੈਂਡ ਨੇ ਈਸਾਈ ਮਤ ਵਿਚਲੇ ਕੁਏਕਰਜ਼ ਨੂੰ 1785 ਵਿੱਚ ਤੇ ਨਾਨ ਪ੍ਰੋਟੈਸਟੈਂਟਸ ਨੂੰ 1830 ਵਿੱਚ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ। ਸ਼ੁਰੂ ਵਿੱਚ ਔਰਤਾਂ ਨੇ 1791 ਤੋਂ 1849 ਤੱਕ ਲੋਅਰ ਕੈਨੇਡਾ ਵਿੱਚ ਲਗਾਤਾਰ ਵੋਟਾਂ ਪਾਈਆਂ, ਪਰ ਫਿਰ ਇਹਨਾਂ ਦਾ ਵੋਟਿੰਗ ਅਧਿਕਾਰ ਖੋਲ੍ਹਿਆ ਗਿਆ। ਪਹਿਲੀ ਸੰਸਾਰ ਜੰਗ ਦੌਰਾਨ ਵਾਰ ਟਾਈਮ ਇਲੈਕਸ਼ਨਜ਼ ਐਕਟ ਅਤੇ 1917 ਦਾ ਮਿਲਟਰੀ ਵੋਟਰਜ਼ ਐਕਟ ਲਿਆਂਦੇ ਗਏ। ਇਹਨਾਂ ਦੇ ਤਹਿਤ 1918 ਵਿੱਚ ਕੈਨੇਡੀਅਨ ਅਤੇ ਬਰਤਾਨਵੀ ਫੌਜਾਂ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਦੀਆਂ ਰਿਸ਼ਤੇਦਾਰ ਔਰਤਾਂ ਨੂੰ ਅਤੇ ਮੂਲ ਨਿਵਾਸੀ ਇੰਡੀਅਨਜ਼ ਨੂੰ ਫੈਡਰਲ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ ਗਿਆ। 1902 ਤੋਂ ਬਾਅਦ ਬਰਤਾਨਵੀ ਨਾਗਰਿਕਤਾ ਲੈਣ ਵਾਲੇ ਅਤੇ ਦੁਸ਼ਮਣ ਦੇਸ਼ਾਂ ਵਿੱਚ ਪੈਦਾ ਹੋਏ ਅਤੇ ਦੁਸ਼ਮਣ ਦੇਸ਼ਾਂ ਦੀ ਭਾਸ਼ਾ ਬੋਲਣ ਵਾਲੇ ਕੈਨੇਡੀਅਨਜ਼ ਕੋਲੋਂ ਵੋਟਾਂ ਦਾ ਅਧਿਕਾਰ ਖੋਲ੍ਹਿਆ ਗਿਆ। 1916 ਵਿੱਚ ਮੈਨੀਟੋਬਾ ਪਹਿਲਾ ਅਜਿਹਾ ਸੂਬਾ ਬਣਿਆ ਜਿੱਥੇ ਔਰਤਾਂ ਨੂੰ ਸੂਬਾਈ ਵਿਧਾਨ ਸਭਾ ਵਾਸਤੇ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ ਗਿਆ। ਆਖਰ 1940 ਵਿੱਚ ਕੁਬੈਕ ਨੇ ਵੀ ਔਰਤਾਂ ਨੂੰ ਵੋਟਿੰਗ ਰਾਈਟ ਦੇ ਦਿੱਤਾ। 1920 ਵਿੱਚ ਡੋਮਿਨੀਅਨ ਇਲੈਕਸ਼ਨਜ਼ ਐਕਟ ਅਪਣਾਇਆ ਗਿਆ, ਪਰ ਇਸ ਦੌਰਾਨ ਫੈਡਰਲ ਚੋਣਾਂ ਵਿੱਚ ਏਸ਼ੀਆਈ ਲੋਕਾਂ ਕੋਲੋਂ ਵੋਟਾਂ ਦਾ ਅਧਿਕਾਰ ਖੋਲ੍ਹਿਆ ਗਿਆ। ਮੇਟੀ, ਇਨੁਇਟ ਅਤੇ ਫਸਟ ਨੇਸ਼ਨਜ਼ ਭਾਈਚਾਰਿਆਂ ਵਾਸਤੇ ਵੋਟਾਂ ਦੇ ਅਧਿਕਾਰ ਸਮੇਂ-ਸਮੇਂ ਤੇ ਬਦਲੇ ਜਾਂਦੇ ਰਹੇ ਨੇ। ਚਾਰਟਰ ਆਫ ਰਾਈਟਸ ਐਂਡ ਫਰੀਡਮਸ ਦੇ ਲਾਗੂ ਹੋਣ ਨਾਲ ਹਰ ਕੈਨੇਡੀਅਨ ਨਾਗਰਿਕ ਕੋਲ ਵੋਟ ਪਾਉਣ ਦਾ ਅਧਿਕਾਰ ਆ ਗਿਆ। ਬਾਕੀ ਅਗਲੀ ਕਿਸ਼ਤ ਵਿੱਚ। ਦੇਸ਼ ਪ੍ਰਦੇਸ਼ ਅਤੇ ਰੈੱਡ ਐਫਐਮ ਕੈਨੇਡਾ ਲਈ ਮੈਂ ਰਿਸ਼ੀ ਨਾਗਰ।